ਸਾਡੇ ਸ਼ਹਿਰ ਦੇ ਬਾਹਰ ਇਹ ਦੋ ਨਹਿਰਾਂ ਜਿਹੜੀਆਂ ਵਗਦੀਆਂ ਨੇ, ਕਈ ਵਾਰ ਇਹਦੇ 'ਚ ਕੋਈ ਪਿੱਛੋਂ ਸੁਸਾਈਡ ਕਰ ਲੈਂਦਾ ਹੈ, ਕੋਈ ਕਿਸੇ ਪਾਸੋਂ ਸੁਸਾਈਡ ਕਰਦਾ ਹੈ, ਅਤੇ ਕਰਦਿਆਂ ਪਤਾ ਲੱਗਦਾ ਜਦੋਂ ਬਈ ਕਿ ਇਹਦੇ ਵਿੱਚ ਲਾਸ਼ਾਂ ਨੇ। ਬਹੁਤ ਸਾਰੇ ਐਕਸੀਡੈਂਟਸ ਦੇ ਵਿੱਚ ਦੁਰਘਟਨਾਵਾਂ ਸੜਕ ਦੀਆਂ ਹੁੰਦੀਆਂ ਨੇ, ਜਿਹਦੇ ਵਿੱਚ ਪਤਾ ਹੀ ਨਹੀਂ ਲੱਗਦਾ, ਛੱਡ ਕੇ ਚਲਾ ਜਾਂਦਾ, ਕੋਈ ਟਰੱਕ ਮਾਰ ਕੇ ਚਲਾ ਜਾਂਦਾ, ਕੋਈ ਹੋਰ ਵਹੀਕਲ ਮਾਰ ਕੇ ਚਲੀ ਜਾਂਦੀ ਹੈ। ਕਈ ਵਾਰ ਸਾਰਾ ਪੋਸਟਮਾਰਟਮ ਜਿੰਨੀਆਂ ਵੀ ਜੋ ਵਿਧੀ ਹੈ, ਸੰਵਿਧਾਨਕ ਵਿਧੀ है, ਉਸ ਨੂੰ फॉलो किया जाता है। हमारे बीच में कोई हिंदू नहीं है, कोई मुस्लिम नहीं है, कोई सिख नहीं है, कोई ईसाई नहीं है। हम एक मनुष्य हैं, चाहे कांग्रेस है चाहे कोई भी है। हम तो सबको यही कहते हैं कि भाई हमको बांटो मत। तो हिंदू मुस्लिम सिख ईसाई आपस में सब भाई भाई। ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਇੰਨਾ ਕੁ ਲੋਕਾਂ ਦੇ ਵਿੱਚ ਜ਼ਿਆਦਾ ਰੰਜਿਸ਼ ਹੈ ਕਿ ਇੱਕ ਪਰਿਵਾਰ ਦੇ ਵਿੱਚ ਵੀ ਜਿਹੜੇ ਹੈਗੇ ਆ ਦੋ ਸਕੇ ਭਰਾ ਨਹੀਂ ਰਹਿ ਸਕਦੇ। ਹਸਤੀਆਂ ਜਲ ਪ੍ਰਵਾਹ ਸਥਾਨ ਫਰੀਦਕੋਟ, ਤਾਂ ਇਹ ਫਰੀਦਕੋਟ ਦੀਆਂ ਜੌੜੀਆਂ ਨਹਿਰਾਂ ਤੇ ਉਹ ਜਗ੍ਹਾ ਬਣਾਈ ਗਈ ਹੈ ਜਿੱਥੇ ਜਦੋਂ ਇਨਸਾਨ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਦੇ ਫੁੱਲ ਇਸ ਜਗ੍ਹਾ ਤੇ ਆ ਕੇ ਜਲ ਪ੍ਰਵਾਹ ਕੀਤੇ ਜਾਂਦੇ ਨੇ। ਤਾਂ ਤੁਹਾਨੂੰ ਅੱਜ ਖਾਸ ਜਿਹੜੀ ਇੱਥੇ ਲਿਆਉਣ ਦਾ ਸਾਡਾ ਇੱਕੋ ਇੱਕ ਮਕਸਦ ਹੈ। ਤੁਸੀਂ ਸੰਸਥਾਵਾਂ ਬਹੁਤ ਦੇਖੀਆਂ ਹੋਣੀਆਂ, ਸਮਾਜ ਸੇਵਾ ਦੇ ਕੰਮ ਜਿਹੜੇ ਲੋਕ ਬਹੁਤ ਕਰਦੇ ਹੋਣੇ, ਤਾਂ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਵੀ ਕਾਫੀ ਜਿਹੜੀਆਂ ਸੰਸਥਾਵਾਂ ਬਣੀਆਂ ਨੇ, ਸਮਾਜ ਸੇਵਾ ਦੇ ਬਹੁਤ ਵੱਡੇ ਜਿਹੜੇ ਉਪਰਾਲੇ ਉਹਨਾਂ ਵੱਲੋਂ ਕੀਤੇ ਜਾਂਦੇ ਨੇ। ਤਾਂ ਪਰ ਇੱਕ ਵੱਖਰੀ ਸੰਸਥਾਵਾ ਬਣੀ ਹੈ ਇੱਥੇ ਜਿਸ ਦਾ ਨਾਂ ਹੈ ਸਹਾਰਾ ਸਰਵਿਸ ਸੁਸਾਇਟੀ। ਤਾਂ ਸਹਾਰਾ ਸਰਵਿਸ ਸੁਸਾਇਟੀ ਦਾ ਵੱਖਰਾ ਉਪਰਾਲਾ ਹੈ। ਤੁਹਾਨੂੰ ਦੱਸ ਦਿੰਦੇ ਕਿ ਪੂਰੇ ਸਾਲ ਦੇ ਵਿੱਚ ਜਿੰਨੀਆਂ ਲਵਾਰਿਸ ਲੋਕ ਹੁੰਦੇ ਉਹਨਾਂ ਦੀਆਂ ਮੌਤਾਂ ਹੋ ਜਾਂਦੀਆਂ ਤਾਂ ਉਹ ਇਹ ਸੁਸਾਇਟੀ ਹੈ। ਤੁਹਾਨੂੰ ਪਹਿਲਾਂ ਤਸਵੀਰਾਂ ਵੀ ਨਾਲ ਦਿਖਾਉਣੇ ਆ ਨਾਲ ਦੀ ਨਾਲ। ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਸੁਸਾਇਟੀ ਦੇ ਜਿਹੜੇ ਪੂਰੇ ਜਿਹੜਾ ਪਰਿਵਾਰ ਹੈ, ਤਾਂ ਇਹਨਾਂ ਵੱਲੋਂ ਜਿਹੜੀਆਂ ਉਹਨਾਂ ਹਸਤੀਆਂ ਦੀ ਜਿਹੜੇ ਪਹਿਲਾਂ ਸੰਸਕਾਰ ਕੀਤੇ ਜਾਂਦੇ ਆ ਰਾਮਬਾਗ ਦੇ ਵਿੱਚ, ਉਸ ਤੋਂ ਬਾਅਦ ਸਾਲ ਬਾਅਦ ਜਿੰਨੀਆਂ ਜਿਹੜੀਆਂ ਉਹ ਹਸਤੀਆਂ ਹੁੰਦੇ ਆ, ਫੁੱਲ ਹੁੰਦੇ ਆ ਜਿੰਨੇ ਲੋਕਾਂ ਦੇ, ਤਾਂ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਜਾਂਦਾ। ਤਾਂ ਤੁਹਾਨੂੰ ਇਹ ਵੀ ਨਾਲ ਦੱਸ ਦਿੰਦੇ ਕਿ ਇੱਥੋਂ ਲਗਭਗ 4 ਕਿਲੋਮੀਟਰ ਦਾ ਜਿਹੜਾ ਫਾਸਲਾ ਜਿਹੜਾ ਇਹ ਪੈਦਲ ਚੱਲ ਕੇ ਇੱਥੋਂ ਤੱਕ ਪਹੁੰਚਦੇ ਆ ਪੂਰੀ ਮਰਿਆਦਾ ਦੇ ਨਾਲ। ਇੱਥੇ ਆ ਕੇ ਜਿਹੜਾ ਉਹ ਹਸਤੀਆਂ ਜਲ ਪ੍ਰਵਾਹ ਕਰਦੇ। ਤਾਂ ਇਹਨਾਂ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਰੇ ਹੀ ਜਿਹੜੇ ਧਾਰਮਿਕ ਭਾਈਚਾਰੇ ਦੇ ਲੋਕ ਨੇ, ਹਿੰਦੂ ਸਿੱਖ ਈਸਾਈ, ਤਾਂ ਤੁਸੀਂ ਦੇਖ ਸਕਦੇ ਹੋ ਸਾਰੇ ਇਹਨਾਂ ਦੇ ਵਿੱਚ ਸ਼ਾਮਲ ਨੇ। ਬੜਾ ਸੋਹਣਾ ਜਿਹੜਾ ਪਰਿਵਾਰ ਇਸ ਸਹਾਰਾ ਸਰਵਿਸ ਜਿਹੜਾ ਸੁਸਾਇਟੀ ਦਾ ਬਣਿਆ ਹੋਇਆ ਹੈ। ਤਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਵੱਲੋਂ ਕਦੋਂ ਜਿਹੜੀ ਇਹ ਸ਼ੁਰੂਆਤ ਕੀਤੀ ਗਈ ਜੀ? ਸਭ ਤੋਂ ਪਹਿਲਾਂ ਇਹ ਦੱਸੋ ਜੀ ਕਦੋਂ ਸ਼ੁਰੂਆਤ ਕੀਤੀ, ਇਹ ਸੋਚ ਤੁਹਾਡੇ 'ਚ ਕਿਵੇਂ ਆਈ? ਇਸ ਤਰ੍ਹਾਂ ਹੈ ਕਿ ਸਾਡੇ ਸ਼ਹਿਰ ਦੇ ਬਾਹਰ ਇਹ ਦੋ ਨਹਿਰਾਂ ਜਿਹੜੀਆਂ ਵਗਦੀਆਂ ਨੇ, ਕਈ ਵਾਰ ਇਹਦੇ 'ਚ ਕੋਈ ਪਿੱਛੋਂ ਸੁਸਾਈਡ ਕਰ ਲੈਂਦਾ ਹੈ, ਕੋਈ ਕਿਸੇ ਪਾਸੋਂ ਸੁਸਾਈਡ ਕਰਦਾ ਹੈ, ਅਤੇ ਕਰਦਿਆਂ ਪਤਾ ਲੱਗਦਾ ਜਦੋਂ ਬਈ ਕਿ ਇਹਦੇ ਵਿੱਚ ਲਾਸ਼ਾਂ ਨੇ। ਪਹਿਲਾਂ ਇੱਕ ਸਮਾਂ ਸੀਗਾ ਲਾਸ਼ਾਂ ਨੂੰ ਅੱਗੇ ਜਾਣ ਦਿੰਦੇ ਸੀ, ਉਹਨਾਂ ਦੀ ਕੋਈ ਪਰਵਾਹ ਨਹੀਂ ਸੀ ਕਰਦਾ। ਪਰ ਜਦੋਂ ਦੀ ਸਹਾਰਾ ਕਲੱਬ ਨੇ ਇਹ ਦੇਖਿਆ ਕਿ ਇਸ ਤਰੀਕੇ ਨਾਲ ਲਾਸ਼ਾਂ ਜਾ ਰਹੀਆਂ ਨੇ, ਜੇ ਕੋਈ ਮਿਲਦੀ ਹੈ ਗਲ ਚੁੱਕੀ ਹੁੰਦੀ ਹੈ, ਸੜ ਚੁੱਕੀ ਹੁੰਦੀ ਹੈ, ਇਹ ਆਪਣਾ ਜ਼ੋਰ ਲਾ ਕੇ ਆਪਣੇ ਐਕਸਪਰਟ ਬੰਦੇ ਬੁਲਾ ਕੇ, ਸਵਿਮਰ ਬੁਲਾ ਕੇ, ਗੋਤਾਖੋਰ ਬੁਲਾ ਕੇ ਉਹਨਾਂ ਨੂੰ ਬਾਹਰ ਕੱਢਦੇ ਨੇ। ਉਸ ਨੂੰ ਬਾਹਰ ਕੱਢ ਕੇ ਫਿਰ ਸੰਸਕਾਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਐਕਸੀਡੈਂਟ ਵਿੱਚ ਬਹੁਤ ਸਾਰੇ ਐਕਸੀਡੈਂਟਸ ਦੇ ਵਿੱਚ ਦੁਰਘਟਨਾਵਾਂ ਸੜਕ ਦੀਆਂ ਹੁੰਦੀਆਂ ਨੇ, ਜਿਹਦੇ ਵਿੱਚ ਪਤਾ ਹੀ ਨਹੀਂ ਲੱਗਦਾ, ਛੱਡ ਕੇ ਚਲਾ ਜਾਂਦਾ, ਕੋਈ ਟਰੱਕ ਮਾਰ ਕੇ ਚਲਾ ਜਾਂਦਾ, ਕੋਈ ਹੋਰ ਵਹੀਕਲ ਮਾਰ ਕੇ ਚਲੀ ਜਾਂਦੀ ਹੈ, ਅਤੇ ਵਿਅਕਤੀ ਉੱਥੇ ਪਿਆ ਹੁੰਦਾ ਹੈ, ਉਸ ਦੇ ਪਿੱਛੋਂ ਐਡਰੈਸ ਵਗੈਰਾ ਵੀ ਕੁਛ ਨਹੀਂ ਪਤਾ ਲੱਗਦਾ। ਇਹ ਬਹੁਤ ਸਾਰੀਆਂ ਪੁਲਿਸ ਦੀਆਂ ਕਾਰਵਾਈਆਂ ਹੁੰਦੀਆਂ ਨੇ ਵੀ ਇਸ 'ਤੇ ਵੀ ਕੱਲ੍ਹ ਕੋਈ ਕੇਸ ਵੀ ਨਾ ਬਣ ਜਾਏ। ਬਕਾਇਦਾ ਜੇ ਕੋਈ ਪਤਾ ਲੱਗਦਾ ਹੈ ਉਹਦਾ ਨੋਟਿਸ ਲਾਇਆ ਜਾਂਦਾ ਹੈ ਵੀ ਇਸ ਤਰੀਕੇ ਦੇ ਨਾਲ ਇਹ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ, ਉਹਦੇ ਐਂਟੀਸੀਡੈਂਟਸ ਇਹ ਨੇ। ਫਿਰ ਸਾਰਾ ਅਪਰੂਵ ਕਰਾ ਕੇ ਅਤੇ ਉਹ ਲਾਸ਼ ਜਿਹੜੀ ਹੈ ਜਦੋਂ ਉਹਦੇ 'ਚੋਂ ਕੋਈ ਵੀ ਨਹੀਂ ਆਉਂਦਾ ਕਲੇਮ ਕਰਕੇ ਮਿੱਥੇ ਹੋਏ ਸਮੇਂ ਦੇ ਵਿੱਚ, ਅਤੇ ਫਿਰ ਉਸ ਲਾਸ਼ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ। ਅਤੇ ਇਹ ਕਈ ਵਾਰ ਸਾਰਾ ਪੋਸਟਮਾਰਟਮ ਜਿੰਨੀਆਂ ਵੀ ਜੋ ਵਿਧੀ ਹੈ, ਸੰਵਿਧਾਨਕ ਵਿਧੀ ਹੈ, ਉਸ ਨੂੰ ਫਾਲੋ ਕੀਤਾ ਜਾਂਦਾ ਹੈ। ਅਸੀਂ ਇਹ ਵੀ ਦੇਖੀਆਂ ਨੇ ਕਿ ਇਹੋ ਜਿਹੀਆਂ ਲਾਸ਼ਾਂ ਜਿਹੜੀਆਂ ਪਾਣੀ 'ਚ ਰਹਿ ਕੇ ਉਹਨਾਂ 'ਚੋਂ ਕੀੜੇ ਚੱਲ ਰਹੇ ਹੁੰਦੇ ਨੇ, ਬਦਬੂ ਆ ਰਹੀ ਹੁੰਦੀ, ਅਤੇ ਜਦੋਂ ਸੰਸਕਾਰ ਕਰਦੇ ਨੇ ਉਸ ਵਕਤ ਇਹਨਾਂ ਦੇ ਜਿਹੜੇ ਸਹਾਰਾ ਕਲੱਬ ਦੇ ਮੈਂਬਰ ਨੇ ਕਦੇ ਵੀ ਉਹਨਾਂ ਨੇ ਨੱਕ ਨਹੀਂ ਪਛੀੜਿਆ, ਕਦੇ ਵੀ ਉਹ ਪਿੱਛੇ ਨਹੀਂ ਆਏ। ਬੜੇ ਇਸ ਨੂੰ ਮਾਣ ਨਾਲ ਕਰਦੇ ਨੇ ਕਿ ਇਹ ਇੱਕ ਇਨਸਾਨ ਹੈ, ਇੱਕ ਦੇਹ ਹੈ, ਅਤੇ ਇਸ ਦਾ ਸੰਸਕਾਰ ਕਰਨਾ ਚਾਹੀਦਾ। ਬਿਲਕੁਲ ਠੀਕ ਇਸੇ ਤਰ੍ਹਾਂ ਹੀ ਸਾਰੀਆਂ ਰਸਮਾਂ ਜੇ ਤਾਂ ਸਾਨੂੰ ਇਹ ਪਤਾ ਲੱਗ ਜਾਏ ਕਿ ਇਹ ਹਿੰਦੂ ਹੈ, ਮੁਸਲਮਾਨ ਹੈ, ਅਸੀਂ ਉਹਦੇ ਮੁਤਾਬਕ ਕਰਦੇ ਹਾਂ। ਜੇ ਸਾਨੂੰ ਨਹੀਂ ਪਤਾ ਲੱਗਦਾ ਕਿ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਫਿਰ ਅਸੀਂ ਇੱਕ ਸਰਬ ਧਰਮੀ ਹੈ
ਜਿਸ ਨਾਲ ਸਾਰਿਆਂ ਨੂੰ ਪ੍ਰਵਾਨ ਆ, ਜਿੱਥੇ ਹੋ ਸਕਦਾ ਹੈ। ਜਿਵੇਂ ਅੱਜ ਅਸੀਂ ਜਲ ਪ੍ਰਵਾਹ ਕੀਤਾ ਹੈ, ਤੇ ਕੱਲ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵਿਸ਼ਵਕਰਮਾ ਦੇ ਵਿੱਚ ਸਵੇਰੇ 8:15 ਵਜੇ ਗੁਰੂ ਮਹਾਰਾਜ ਦੀ ਬਾਣੀ ਦਾ ਕੀਰਤਨ ਕਰਾਂਗੇ। ਕੀਰਤਨ ਤੋਂ ਬਾਅਦ ਅਰਦਾਸ ਹੋਏਗੀ, ਅਰਦਾਸ ਤੋਂ ਬਾਅਦ ਲੰਗਰ ਵੀ ਹੋਏਗਾ ਇਹਨਾਂ ਦੇ ਨਿਮਿਤ, ਤਾਂ ਜੋ ਇਹ ਜਿਹੜੀਆਂ ਵਿਛੜੀਆਂ ਰੂਹਾਂ ਨੇ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਇਹ ਲਗਭਗ 20 ਸਾਲ ਤੋਂ ਤੇ ਮੈਂ ਦੇਖ ਰਿਹਾ, ਤੇ 20 ਸਾਲ ਤੋਂ ਪਹਿਲਾਂ ਦਾ ਇਹ ਕੰਮ ਚੱਲਿਆ ਆ ਰਿਹਾ ਹੈ, ਜਿੱਥੇ ਇਹ ਉਹਨਾਂ ਰੋਗੀਆਂ ਦੀ ਮਦਦ ਕਰਦੇ ਨੇ ਜਿਨ੍ਹਾਂ ਕੋਲ ਦਵਾਈ ਨਹੀਂ ਹੁੰਦੀ, ਉਹਨਾਂ ਰੋਗੀਆਂ ਦੀ ਮਦਦ ਕਰਦੇ ਨੇ ਜਿਹੜੇ ਬਾਹਰ ਤੜਫਦੇ ਹੁੰਦੇ ਨੇ। ਹਰ ਤਰ੍ਹਾਂ ਦੀ ਇਹ ਮਦਦ ਸਹਾਰਾ ਕਲੱਬ ਇਹ ਕਰਦਾ ਹੈ, ਤੇ ਇਹਦਾ ਕ੍ਰੈਡਿਟ ਜਿਹੜਾ ਸਰ ਇਹ ਤਾਂ ਜਿਹੜਾ ਤੁਹਾਡੀ ਜਿਹੜੀ ਸੁਸਾਇਟੀ ਹੈ, ਕਲੱਬ ਹੈ, ਬਹੁਤ ਵਧੀਆ ਉਪਰਾਲੇ ਕਰ ਰਿਹਾ, ਪਰ ਇੱਕ ਜਿਹੜਾ ਦੁਨੀਆ ਦੇ ਵਿੱਚ ਬਹੁਤ ਵੱਡਾ ਸੰਦੇਸ਼ ਤੁਸੀਂ ਦੇ ਰਹੇ ਹੋ ਇਸ ਦੇ ਨਾਲ ਨਾਲ, ਜਿਵੇਂ ਸਾਰੇ ਧਰਮਾਂ ਦੇ ਲੋਕ ਨੇ, ਮੁਸਲਮਾਨ ਭਾਈਚਾਰੇ ਦੇ ਨੇ, ਹਿੰਦੂ ਭਾਈਚਾਰੇ ਦੇ ਨੇ, ਹੋਰ ਲੋਕ ਹੈ, ਇਹਨਾਂ ਲੋਕਾਂ ਨੂੰ ਤੁਸੀਂ ਇੱਕ ਪਰਿਵਾਰ ਦੇ ਵਿੱਚ ਕਿਵੇਂ ਮੁੱਠੀ ਦੇ ਵਿੱਚ ਬੰਦ ਕਰਕੇ ਰੱਖਿਆ? ਅਸੀਂ ਕਿਉਂਕਿ ਸਭ ਦੀ ਗੱਲ ਕਰਦੇ ਆ, ਸਾਡੀ ਜਿਹੜੀ ਸੋਚ ਸੰਕੀਰਣ ਨਹੀਂ ਹੈਗੀ, ਨੈਰੋ ਨਹੀਂ ਹੈਗੀ, ਤੇ ਉਹ ਸਭ ਦੀ ਜਦੋਂ ਗੱਲ ਕਰਦੇ ਆ ਤੇ ਸਾਰੇ ਸਾਡੇ ਨਾਲ ਆਉਂਦੇ ਨੇ। ਅਸੀਂ ਕਦੀ ਵਿਤਕਰਾ, ਤੁਸੀਂ ਦੇਖਿਆ ਹੋਵੇਗਾ ਬਹੁਤ ਸਾਰੇ ਫੰਕਸ਼ਨ, ਬਾਬਾ ਫਰੀਦ ਦਾ ਮੇਲਾ ਵੀ ਇੱਥੇ, ਬਾਬਾ ਫਰੀਦ ਕੋਈ ਸਿੱਖਾਂ ਦਾ ਇਕੱਲਾ ਨਹੀਂ ਸੀ, ਮੁਸਲਮਾਨਾਂ ਦਾ ਨਹੀਂ ਸੀਗਾ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਬਾਬਾ ਫਰੀਦ ਦੀ ਬਾਣੀ ਹੈ ਤੇ ਗੁਰੂ ਨਾਨਕ ਨੇ ਵੀ ਰੈਕਗਨਾਈਜ਼ ਕੀਤਾ। ਸੋ ਅਸੀਂ ਵੀ ਇਸੇ ਤਰੀਕੇ ਨਾਲ, ਕੀ ਪੰਡਤ, ਕੀ ਬ੍ਰਾਹਮਣ, ਕੀ ਸਿੱਖ, ਕੀ ਈਸਾਈ, ਕੀ ਮੁਸਲਿਮ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਕਿ ਅਸੀਂ ਸਾਰੇ ਇੱਕੋ ਰੱਬ ਦੇ ਜਿਹੜੇ ਬੰਦੇ ਆ, ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਤੇ ਅਸੀਂ ਸਾਰੇ ਉਸ ਦੇ ਬੰਦੇ ਆ। ਤੇ ਜੇ ਬੰਦਿਆਂ ਦੀ ਅਸੀਂ ਇਬਾਦਤ ਕਰੀ, ਬੰਦਿਆਂ ਨੂੰ ਅਸੀਂ ਪਿਆਰ ਕਰੀਏ, ਰੱਬ ਦਾ ਬੰਦੇ ਨੂੰ ਬੰਦਾ ਕਹਿੰਦਾ, ਜਿਹੜਾ ਰੱਬ ਨੂੰ ਜੇ ਦੂਜਿਆਂ ਦੀ ਸੇਵਾ ਕਰਨਾ ਜਿਹੜਾ ਨਾ, ਉਹ ਰੱਬ ਨੇ ਇੱਕ ਮਕਸਦ ਨਾਲ ਬਣਾਇਆ ਸੀਗਾ, ਤੇ ਅਸੀਂ ਸੇਵਾ ਦਾ ਆਧਾਰ, ਸੇਵਾ ਵਿੱਚ ਰੱਬ ਨੂੰ ਦੇਖਦੇ ਆ। ਜੇ ਅਸੀਂ ਸੇਵਾ ਦੇ ਥਰੂ ਰੱਬ ਨੂੰ ਪ੍ਰਾਪਤ ਕਰ ਜਾਈਏ, ਅਸੀਂ ਆਪਣੇ ਆਪ ਨੂੰ ਧੰਨ ਭਾਗੇ ਸਮਝਾਂਗੇ। ਤਾਂ ਦਿਲਾਵਰ ਜੀ ਨੇ ਮੁਸਲਮ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ। ਦਿਲਾਵਰ ਜੀ, ਕਿਵੇਂ ਦੇਖਿਆ ਕਿ ਤੁਹਾਡੇ ਮਨ ਦੇ ਵਿੱਚ ਇਹ ਆਈ ਕਿ ਜਿਹੜੇ ਇਨਸਾਨ ਦੀ ਲਿਬਾਸ ਦੀ ਮੌਤ ਹੁੰਦੀ ਹੈ, ਹੋ ਸਕਦਾ ਵੀ ਸਾਡਾ ਉਹ ਮੁਸਲਮ ਭਾਈਚਾਰੇ ਦਾ ਹੋਵੇ, ਤਾਂ ਇਸ ਸੰਸਥਾ ਨਾਲ जुड़े हैं? देखो असी तो एक खिदमत का मकसद जो कर रहे हैं, खिदमत करना बहुत ज़रूरी है। इंसान का खिदमत नहीं है, हर मखलूक़ात का खिदमत करना हर धर्म में लिखा हुआ है, ये हर धर्म में लिखा, हर मखलूक का खिदमत करना। एक हम भाईचारे का यहाँ पे संदेश देते हैं कि भाईचारे बहुत अच्छा भाईचारा बना के रखे, एक दूसरे के साथ मिलजुल के रहे। हमारा यही संदेश है। हम कभी ये नहीं सोचा हम मुसलमान है, हिंदू है, सिख है, ईसाई है, हम एक दूसरे को भाई समझते हैं। यही हमारा बड़ा संदेश है। ਬਹੁਤ ਵੱਡਾ ਸਹਿਯੋਗ ਹੈ ਜੇ ਤੁਸੀਂ ਇਹਨਾਂ ਦਾ ਜਿੰਨਾ ਸਾਥ ਦਿੰਦੇ ਆ, ਤੇ ਜਦੋਂ ਤੁਹਾਡੇ ਜਿਹੜੇ ਜਿੰਨੇ ਵੀ ਤਿਉਹਾਰ ਆਉਂਦੇ, ਈਦ ਆਉਂਦੀ ਜਾਂ ਹੋਰ ਕੁਝ ਵੀ, ਇਹ ਲੋਕ ਵੀ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕ ਤੁਹਾਡੇ ਨਾਲ ਖੜਦੇ ਆ, ਉਹ ਦਿਨ ਨੂੰ बहुत ਵੱਡਾ ਕਰ ਦਿੰਦੇ ਆ। जी हाँ, यही है, यही तो संदेश दे रहे हैं हम यहाँ से भाई। हम देखो ये कोई अलग नहीं है, जुदा नहीं है, हम एक दूसरे से सब, हम एक दूसरे के साथ है। हम होली भी मनाते हैं, दिवाली भी मनाते हैं, गुरपुरब भी मनाते हैं, हम सब एक साथ ईद भी मनाते हैं, तो सब एक साथ ही मनाते हैं। ये हम एक संदेश दे रहा है, एक जो नफरत का जो राजनीति कर, हम राजनीति को समझाना चाह रहे हैं भाई, हम एक है, हम आपस में बातों मत। ਤਾਂ ਪੰਡਤ ਜੀ ਸਾਡੇ ਨਾਲ ਹੈ, ਕਿਵੇਂ ਲੱਗਦਾ ਜੀ? ਕਿਉਂਕਿ ਭਰਾ ਨੂੰ ਭਰਾ ਜਿਹੜਾ ਕਹਿ ਦੇਖ ਕੇ ਰਾਜੀ ਨਹੀਂਗਾ, ਤੇ ਤੁਸੀਂ ਤਾਂ ਸਾਰੇ ਧਰਮਾਂ ਦੇ ਲੋਕ ਆ, ਉਹ ਵੀ ਲਿਵਾਰਸ ਲਾਸ਼ਾਂ ਨੂੰ ਜਿਹੜਾ ਇੰਨੀ ਦੂਰੋਂ ਚੱਲ ਕੇ, ਪੈਦਲ ਚੱਲ ਕੇ, ਤੇ ਹਰ ਸਾਲ ਜਿਹੜਾ ਇੱਥੇ ਲਿਆ ਕੇ ਜਲ ਪ੍ਰਵਾਹ ਕਰਦੇ ਹੋ, ਕਿਵੇਂ ਸਕੂਨ ਕਿੰਨਾ ਕੁ ਮਿਲਦਾ? बहुत ही सुख मिलता है जी। ਅਸੀਂ ਜਦੋਂ ਰੋਜ਼ੇ ਹੁੰਦੇ ਹੈ, ਉਦੋਂ ਵੀ ਸਾਰੇ ਹੀ ਮਿਲ ਕੇ ਇਹਨਾਂ ਦੇ ਨਾਲ ਰੋਜ਼ੇ ਖੋਲ੍ਹਦੇ ਹੈ। ਇਹਨਾਂ ਦਾ ਜੋ ਈਦ ਹੋਤੀ ਹੈ, ਉਹ ਵੀ ਸਾਡੇ ਨਾਲ मिल के रल के सारी, ਅਸੀਂ भी होते हैं, ये भी होते हैं, ये भी होते हैं, सारे ही होते हैं, सब मिल कर के बड़ी धूमधाम से मनाते हैं। हमारे बीच में कोई हिंदू नहीं है, कोई मुस्लिम नहीं है, कोई सिख नहीं है, कोई ईसाई नहीं है। हम एक मनुष्य हैं, परमात्मा के भेजे हुए। यहाँ के हमने बंटवारा कर लिया, कोई हिंदू बन गया, कोई सिख बन गया, है सारे इंसान। हम केवल इंसान बन के ही अपने जितने भी धर्म हैं, त्यौहार हैं, वो उसी तरह से मनाते हैं। हिंदू मुस्लिम सिख ईसाई नहीं करते। ਜਿਹੜੇ ਆਪਣੇ ਸਿਆਸੀ ਲੋਕ ਹੈ, ਜਾਂ ਜਿਹੜੀਆਂ ਆਪਾਂ ਕਹਿ ਲਈਏ ਕਿ ਏਜੰਸੀਆਂ ਜਿਹੜੀਆਂ ਪਾੜਦੀਆਂ ਹਿੰਦੂਆਂ ਨੂੰ, ਮੁਸਲਮਾਨਾਂ ਨੂੰ ਤੇ ਸਿੱਖਾਂ ਨੂੰ ਆਵੀ ਦੀ ਪਾੜ ਕੇ ਰੱਖਦੀਆਂ, ਉਹਨਾਂ ਨੂੰ ਕੋਈ ਤੁਹਾਡਾ ਅੱਜ ਦੇ ਇਸ ਵਿਸ਼ੇ ਦੇ ਕੀ ਸੰਦੇਸ਼ ਹੈ? ਅਸੀਂ ਤਾਂ ਜੀ बार जितने भी धार्मिक स्थल हैं, जितने भी पार्टी हैं, चाहे कांग्रेस है, चाहे कोई भी है, हम तो सबको यही कहते हैं कि भाई हमको बांटो मत, हम सारे एक ही हैं।
और एक ही रहेंगे, एक ही आए एक ही घाट से, उतरे एक ही घाट, अपने अपने कर्म से हो जाए बारह बाट। यहाँ आके हम सारे इधर उधर हो गए हैं एक ही, जैसे आए थे वैसे ही जाएंगे। ना कोई वहाँ से हिंदू बन के आया, ना कोई मुस्लिम बन के आया, ना सिख बन के आया, ना ईसाई बन के आया। उन्होंने तो इंसान बना के भेजा था, हम यहाँ कहाँ से कहाँ पहुँच गए। अब ये भगवान की कृपा है कि हमको ऐसे ही इंसान बना के ही रखे और इंसान बना के ही हम परमात्मा के पास चले जाए। ਦਵਿੰਦਰ ਜੀ, ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਬੜਾ ਜਿਹੜਾ ਗਿਆਨ ਲੋਕਾਂ ਨੂੰ ਵੰਡਦੇ ਹੋ ਤੁਸੀਂ, ਸਿੱਖ ਪ੍ਰਚਾਰਕ ਹੋ, ਕਿਵੇਂ ਦੇਖਦੇ ਹੋ ਕਿ ਫਰੀਦਕੋਟ ਦਾ ਜਿਹੜਾ ਇਹ ਸੁਨੇਹਾ ਹੈ ਹਿੰਦੂ ਸਿੱਖ ਭਾਈਚਾਰੇ ਦਾ ਪੂਰੀ ਦੁਨੀਆ ਦੇ ਵਿੱਚ ਜਾ ਮਾਨਸ ਕੀ ਜਾਤ ਸਭਾ ਇੱਕ ਹੀ ਪਹਿਚਾਨਬੋ, ਸਾਡੇ ਗੁਰੂਆਂ ਦਾ ਸੰਦੇਸ਼ ਹੈ। ਸੋ ਮੈਂ ਸਮਝਦਾ ਵੀ ਜਿਸ ਸਥਾਨ ਦੇ ਉੱਪਰ ਗੁਰੂਆਂ ਦੇ ਚਰਨ ਪੈ ਜਾਣ ਤੇ ਮਹਾਨ ਤਪਸਵੀ ਬਾਬਾ ਫਰੀਦ ਜੀ ਦੇ ਚਰਨ ਪੈ ਜਾਣ, ਉਹ ਸੁਨੇਹਾ ਹੀ ਸਾਨੂੰ ਇਹ ਦੇ ਗਿਆ ਵੀ ਆਪ ਸਵਾਰਾ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਸੋ ਬਾਬਾ ਫਰੀਦ ਦੀ ਮੁਕੱਦਸ ਧਰਤੀ ਹੈ, ਬਾਬਾ ਫਰੀਦ ਦੇ ਚਰਨ ਪਏ ਨੇ। ਇਸੇ ਕਰਕੇ ਫਰੀਦਕੋਟ ਸ਼ਹਿਰ ਇੱਕ ਐਸਾ ਨਵੇਕਲਾ ਸ਼ਹਿਰ ਹੈ ਜਿੱਥੇ ਹਿੰਦੂ, ਸਿੱਖ, ਮੁਸਲਮਾਨ ਤੇ ਕ੍ਰਿਸਚਨਾਂ ਦੇ ਵਿੱਚ ਆਪਸੀ ਇੰਨੀ ਪਿਆਰ ਦੀ ਸਾਂਝ ਹੈ ਵੀ ਜਦੋਂ ਇਹਨਾਂ ਦੇ ਖੁਸ਼ੀ ਦਾ ਕੋਈ ਪੈਗਾਮ ਹੁੰਦਾ ਅਸੀਂ ਰਲ ਕੇ ਮਨਾਉਂਦੇ ਹਾਂ। ਜਦੋਂ ਸਿੱਖ ਧਰਮ ਦੇ ਵਿੱਚ ਖੁਸ਼ੀ ਦਾ ਕੋਈ ਸੁਨੇਹਾ ਹੁੰਦਾ ਇਹ ਸਾਡੇ ਨਾਲ ਰਲ ਕੇ ਮਨਾਉਂਦੇ ਨੇ। ਸੋ ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ਵਿੱਚ ਸਭ ਭਾਈ ਭਾਈ, ਇਸ ਤਰ੍ਹਾਂ ਦਾ ਪੈਗਾਮ ਜਿਹੜਾ ਬਾਬਾ ਫਰੀਦ ਸਾਨੂੰ ਦੇ ਕੇ ਗਏ ਨੇ ਉਹ ਫਰੀਦਕੋਟ ਦੀਆਂ ਸੰਗਤਾਂ ਨੇ ਆਪਦੇ ਜ਼ਿਹਨ ਵਿੱਚ ਵਸਾਇਆ ਹੋਇਆ। ਜਿਵੇਂ ਤੁਹਾਨੂੰ ਦੱਸਿਆ ਵੀ ਉਹ ਵਿਛੜ ਚੁੱਕੀਆਂ ਮਹਾਨ ਆਤਮਾਵਾਂ ਜਿਨ੍ਹਾਂ ਬਾਰੇ ਪਤਾ ਨਹੀਂ ਕੌਣ ਸੀ, ਉਹ ਕਿੱਥੋਂ ਆਏ ਆ, ਕਿੱਥੋਂ ਜੰਮੇ ਤੇ ਕਿੱਥੇ ਉਹਨਾਂ ਦੀ ਆ ਕੇ ਇਹ ਦਵਿੰਦਰ ਜੀ ਜਿਹੜੀਆਂ ਤੁਸੀਂ ਗੱਲ ਕਰੀ ਹੈ ਉਹ ਵਿਛੜ ਚੁੱਕੀਆਂ ਆਤਮਾਵਾਂ ਦੀ, ਇਹ ਕਿੰਨੇ ਕੁ ਸਾਲ ਦੇ ਵਿੱਚ, ਜਿਵੇਂ ਇਸ ਵਾਰ ਤੁਸੀਂ 63 ਜਿਹੜੀਆਂ ਹਸਤੀਆਂ ਦੇ ਜਲ ਪ੍ਰਵਾਹ ਕਰਨ ਚੁੱਕੇ ਹੋ ਤੇ ਹਰ ਸਾਲ ਕਿੰਨੇ ਕੁ ਲੋਕ ਹੁੰਦੇ ਆ, ਇਹ ਵੀ ਸਾਹਮਣੇ ਆਉਂਦਾ ਹੋਣਾ ਕਿ ਕਈ ਲੋਕਾਂ ਦਾ ਤੁਹਾਨੂੰ ਪਤਾ ਨਹੀਂ ਲੱਗਦਾ ਗਾ, ਉਹ ਲਾਸ਼ ਮਿਲਦੀ ਨਹੀਂ ਗਈ ਜਾਂ ਗਲ ਸੜ ਜਾਂਦੀ ਜਾਂ ਗਾਂਹ ਅੱਗੇ ਲੰਘ ਜਾਂਦੀ ਹੈ। ਦੇਖੋ ਬੜੀਆਂ ਲਾਸ਼ਾਂ ਐਸੀਆਂ ਹੁੰਦੀਆਂ ਜਿਨ੍ਹਾਂ ਦੀ ਪਹਿਚਾਣ ਵੀ ਨਹੀਂ ਹੁੰਦੀ ਇਹ ਔਰਤ ਆ ਜਾਂ ਮਰਦ ਹੈ, ਇਹ ਸਿੱਖ ਹੈ ਜਾਂ ਈਸਾਈ ਹੈ ਜਾਂ ਹਿੰਦੂ ਆ ਜਾਂ ਕੋਈ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ, ਕਿਉਂਕਿ ਉਹਨਾਂ ਦੀ ਬਾਡੀ ਇੰਨੀ ਬੇਕਾਰ ਹੋ ਜਾਂਦੀ, ਇਕੱਲਾ ਪਿੰਜਰ ਰਹਿ ਜਾਂਦਾ, ਉਹਨਾਂ ਵਿੱਚ ਕੀੜੇ ਚੱਲ ਜਾਂਦੇ ਆ। ਲੇਕਿਨ ਸਹਾਰਾ ਸੁਸਾਇਟੀ ਦੇ ਮੈਂ ਉਹਨਾਂ ਸੇਵਾਦਾਰਾਂ ਨੂੰ ਨਮਨ ਕਰਦਾ ਮੈਂ ਜਿਹਨੇ ਇਹ ਚੰਗੀ ਸੋਚ ਰੱਖਦੇ ਨੇ ਅਤੇ ਉਹਨਾਂ ਦਾ ਸੰਸਕਾਰ ਕਰਦੇ ਨੇ। ਔਰ ਮੈਂ ਸਮਝਦਾ ਵੀ ਉਹ ਪ੍ਰਮਾਤਮਾ ਦਾ ਭੇਜਿਆ ਹੋਇਆ ਇਹ ਮਨੁੱਖਾ ਸਰੀਰ, ਉਹਦੀ ਬਖਸ਼ੀ ਹੋਈ ਹੈ ਦੇਹੀ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇਹਨਾਂ ਦੀ ਜਿਹੜੀ ਅੰਤਮ ਕਿਰਿਆ ਕਰਮ ਹੈ ਮਨੁੱਖ ਦੀ, ਕਿਉਂਕਿ ਮਾਨਸ ਜਨਮ ਦਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪੰਗ ਕੇ ਭੋਏ ਗਿਰੇ ਬਹੁ ਨਾ ਲਾਗਤਦਾਰ। ਮਨੁੱਖਾ ਜਨ ਵਾਰ-ਵਾਰ ਨਹੀਂ ਮਿਲਦਾ, ਜੇ ਇਹ ਦੁਨੀਆ 'ਤੇ ਆਇਆ ਤਾਂ ਸਾਡਾ ਫਰਜ਼ ਬਣਦਾ ਵੀ ਉਹਦੇ ਸਕੇ ਸੰਬੰਧੀ ਨਹੀਂ ਤਾਂ ਸਹਾਰਾ ਜਿਹੜੀ ਉਹਨਾਂ ਦੀ, ਇਹ ਸਹਾਰਾ ਬਣ ਕੇ ਉਹਨਾਂ ਦੀ ਜਿਹੜੀ ਹੈ ਸਹਾਇਤਾ ਕਰ ਰਹੀ ਹੈ। ਬਾਬਾ ਫਰੀਦ ਦੀ ਧਰਤੀ 'ਤੇ ਰਹਿਣ ਵਾਲੇ ਬਸ਼ਿੰਦੇ, ਫਰੀਦਕੋਟ ਦੀ ਧਰਤੀ 'ਤੇ ਰਹਿਣ ਵਾਲੇ ਲੋਕ ਇੰਨੇ ਚੰਗੇ ਨੇ ਵੀ ਇਹਨਾਂ ਵਿੱਚ ਆਪਸੀ ਭਾਈਚਾਰਕ ਦੀ ਸਾਂਝ ਐਸੀ ਭਰੀ ਹੋਈ ਹੈ ਵੀ ਕਿਸੇ ਪੋਲੀਟੀਕਲ ਲੀਡਰ ਦਾ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ, ਕਿਸੇ ਪੋਲੀਟੀਕਲ ਲੀਡਰ ਦਾ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਜਿੰਨਾ ਮਰਜ਼ੀ ਫਰਕ ਪਾ ਲੈਣ, ਪੋਲੀਟੀਕਲ ਲੀਡਰ ਫਰਕ ਪਾਉਂਦੇ ਹੁੰਦੇ ਨੇ, ਲੇਕਿਨ ਸਾਡੇ ਸਾਰਿਆਂ 'ਤੇ ਕੋਈ ਅਸਰ ਨਹੀਂ। ਅਸੀਂ ਤਾਂ ਇਹ ਸਮਝਦੇ ਵੀ ਆ ਮਾਲਕ ਤੇਰੀ ਦਾਤ ਹੈ, ਤੂੰ ਸਾਨੂੰ ਇਹ ਦਾਤ ਬਖਸ਼ੀ ਆ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕੇਵਲ ਤੇ ਕੇਵਲ ਅਸੀਂ ਆਪਦੇ ਫਰਜ਼ ਦੀ ਪਛਾਣ ਕਰਦੇ ਹਾਂ, ਅਸੀਂ ਇਨਸਾਨ ਹੈ, ਅਸੀਂ ਮਨੁੱਖ ਹੈ ਤੇ ਮਨੁੱਖ ਹੋ ਕੇ ਇਨਸਾਨ ਹੋ ਕੇ ਇਨਸਾਨਾਂ ਵਾਲੇ ਕੰਮ ਸਾਨੂੰ ਕਰਨੇ ਚਾਹੀਦੇ ਨੇ। ਬਹੁਤ ਬਹੁਤ ਧੰਨਵਾਦ। ਤਾਂ ਤੁਸੀਂ ਸੁਣਿਆ ਹੈ ਫਰੀਦਕੋਟ ਦੇ ਇਹ ਉਹ ਲੋਕ ਹੈ, ਇਹ ਉਹ ਪਰਿਵਾਰ ਹੈ ਜਿਹੜਾ ਅੱਜ ਪੂਰੇ ਸਾਲ ਦੇ ਵਿੱਚ ਜਿੰਨੀਆਂ ਲਵਾਰਸ ਲਾਸ਼ਾਂ ਸੀਗੀਆਂ ਉਹਨਾਂ ਦੀਆਂ ਹਸਤੀਆਂ ਨੂੰ ਉਹਨਾਂ ਨੇ ਜਲ ਪ੍ਰਵਾਹ ਕੀਤਾ ਹੈ। ਤਾਂ ਇਸ ਸੰਸਥਾ ਵੱਲੋਂ, ਸਹਾਰਾ ਵੱਲੋਂ ਆਪਣੀਆਂ ਜਿਹੜੀਆਂ ਐਂਬੂਲੈਂਸ ਵੀ ਜਿਹੜੀਆਂ ਪਾਈਆਂ, ਬਹੁਤ ਵੱਡਾ ਸੰਦੇਸ਼ ਹੈ ਜਿਹੜਾ ਫਰੀਦਕੋਟ ਦੀ ਇਸ ਸੰਸਥਾ ਦਾ, ਕਿਉਂਕਿ ਸਮਾਜ ਸੇਵਾ ਦੇ ਕੰਮ ਤਾਂ ਤਮਾਮ ਜਿਹੜਾ ਸ਼ਹਿਰਾਂ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਕੀਤੇ ਜਾਂਦੇ ਹੈ, NGO ਬਣੀਆਂ ਉਹਨਾਂ ਵੱਲੋਂ ਕੀਤੇ ਜਾਂਦੇ ਆ, ਪਰ ਅਜਿਹਾ ਕੰਮ ਹੈ ਉਹ ਵੀ ਸਾਰੇ ਧਰਮਾਂ ਦੇ ਲੋਕ ਜਿਹੜੇ ਇਕੱਠੇ ਹੁੰਦੇ ਹੈ, ਹਿੰਦੂ, ਮੁਸਲਿਮ, ਸਿੱਖ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਜਿਹੜਾ ਕਰ ਰਹੇ ਹੈ, ਇਹ ਬਹੁਤ ਵੱਡੀ ਗੱਲ ਹੈ। ਕਿਉਂਕਿ
ਅੱਜ ਕੱਲ ਦੀ ਗੱਲ ਕਰੀਏ ਤਾਂ ਇੰਨਾ ਕੁ ਲੋਕਾਂ ਦੇ ਵਿੱਚ ਜ਼ਿਆਦਾ ਰੰਜਿਸ਼ ਹੈ ਕਿ ਇੱਕ ਪਰਿਵਾਰ ਦੇ ਵਿੱਚ ਵੀ ਜਿਹੜੇ ਹੈਗੇ ਆ ਦੋ ਸਕੇ ਭਰਾ ਨਹੀਂ ਰਹਿ ਸਕਦੇ। ਤਾਂ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਹੈ, ਬੜਾ ਵੱਡਾ ਸੰਦੇਸ਼ ਵੀ ਦੁਨੀਆ ਦੇ ਵਿੱਚ ਜਾਂਦਾ ਕਿ ਇਕੱਠੇ ਹੋ ਕੇ ਜਿਹੜਾ ਹੈਗਾ ਇਹਨਾਂ ਨੇ ਇਹ ਵੀ ਨਹੀਂ ਦੇਖਣਾਗਾ ਕਿ ਇਹ ਲਾਸ਼ ਹੈ ਜਿਹੜੀ ਕਿਸੇ ਹਿੰਦੂ ਦੀ ਹੈ, ਕਿਸੇ ਮੁਸਲਿਮ ਭਾਈ ਦੀ ਹੈ ਜਾਂ ਸਿੱਖ ਦੀ ਹੈ। ਸਾਰਿਆਂ ਨੂੰ ਆਪਦਾ ਸਮਝ ਕੇ ਸਾਰੀਆਂ ਜਿਹੜੀਆਂ ਰੀਤੀ ਰਿਵਾਜ ਨੇ, ਜਿੰਨਾ ਇੱਕ ਪਰਿਵਾਰ ਆਪਦੇ ਜਦੋਂ ਉਹਨਾਂ ਦੇ ਘਰ ਦੇ ਕਿਸੇ ਜੀਅ ਦੀ ਜਿਹੜੀ ਮੌਤ ਹੁੰਦੀ ਹੈ ਉਸ ਦਾ ਸੰਸਕਾਰ ਕਰਦਾ ਹੈ, ਉਸ ਤੋਂ ਬਾਅਦ ਉਸ ਦੀਆਂ ਹਸਤੀਆਂ ਜਿਹੜੀਆਂ ਜਲ ਪ੍ਰਵਾਹ ਕਰਦੇ ਆ, ਉਸ ਤੋਂ ਬਾਅਦ ਜਿਹੜਾ ਉਸ ਦੀ ਆਤਮਾ ਦੇ ਲਈ ਜਿਹੜਾ ਅਰਦਾਸ ਬੇਨਤੀਆਂ ਕੀਤੀਆਂ ਜਾਂਦੀਆਂ, ਉਸੇ ਤਰੀਕੇ ਦੇ ਨਾਲ ਸਾਰੀਆਂ ਰੀਤੀ ਰਿਵਾਜ ਵੀ ਇਸ ਸੁਸਾਇਟੀ ਵੱਲੋਂ ਕੀਤੇ ਜਾਂਦੇ ਆ। ਤਾਂ ਹੁਣ ਦੇਖਣ ਵਾਲੀ ਗੱਲ ਇਹ ਰਹੀ ਕਿ ਇਹ ਫਰੀਦਕੋਟ ਦੀ ਸਹਾਰਾ ਸਰਵਿਸ ਸੁਸਾਇਟੀ ਦੀ ਇਸ ਸੇਹ ਨੂੰ ਲੈ ਕੇ ਹੋਰ ਦੁਨੀਆ ਦੇ ਵਿੱਚ ਕਿੰਨੇ ਕੁ ਲੋਕ ਇਕੱਠੇ ਹੋ ਕੇ ਸਾਰੇ ਧਰਮਾਂ ਦੇ ਅੱਗੇ ਆਉਂਦੇ ਆ, ਇਹ ਦੇਖਣਯੋਗ ਹੋਵੇਗਾ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com, ਕਾਨੂੰਨ ਜਾਇਦਾਦ ਦਾ। ਹੋਵੇਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ। ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਜਲਦਾ ਰਿਹਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸਿਰਫ D5 ਚੈਨਲ ਪੰਜਾਬੀ ਤੇ।